सरदारों की पद्धति में पता नहीं क्या कहते, पर हम तो सरदार भाव, जिनके मस्तक पर टोपी होती है, कश्मीर पगड़ी होती है, जिनके मस्तक पर पगड़ी होती है। तो जब कश्मीरी पंडितों को मारा और भगाया जा रहा था, तब नौवें गुरु साहब, गुरु तेग बहादुर साहब ने ही उन कश्मीरी पंडितों की रक्षा के लिए तलवार उठाई थी। और हमारी सनातन धर्म की सेना है सरदार। ਆ ਜਿਹੜਾ ਇੰਦਰਜੀਤ ਨਿੱਕੂ ਆ ਨਾ ਜੀ, ਇਹੋ ਜਿਹੇ ਬੰਦੇ ਨੂੰ ਚੱਪਣੀ ਚ ਨੱਕ ਹੋ ਕੇ ਮਰ ਜਾਣਾ ਚਾਹੀਦਾ ਜੀ। ਪਹਿਲੀ ਗੱਲ ਇਹ ਹੈ। ਦੂਜੀ ਗੱਲ ਇਹ ਆ ਵੀ ਇਹ ਤਰਿੰਦਰ ਸ਼ਾਸਤਰੀ ਜਿਹੜਾ ਨਾ ਇਹਨੂੰ ਸਿੱਖ ਧਰਮ ਦਾ ਪਤਾ ਜੀ, ਇਹਨੂੰ ਸਨਾਤਨ ਧਰਮ ਦਾ ਵੀ ਨਹੀਂ ਪਤਾ। ਤੇ ਅੱਗੇ ਬੋਲਦੇ ਹੋਇਆ ਜਥੇਦਾਰ ਜੀ ਉਹ ਕਹਿੰਦਾ ਹੈਗਾ ਵੀ ਕਸ਼ਮੀਰੀ ਪੰਡਤਾਂ ਨੂੰ ਮਾਰਿਆ ਤੇ ਭਜਾਇਆ ਜਾ ਰਿਹਾ ਸੀ ਤੇ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਰੱਖਿਆ ਲਈ ਤਲਵਾਰ ਉਠਾਈ। ਇੱਕ ਤੇ ਇਤਿਹਾਸ ਬਾਰੇ ਵੀ ਇਹਨੂੰ ਮੇਰਾ ਖਿਆਲ ਕੋਈ ਬਹੁਤੀ ਜਾਣਕਾਰੀ ਨਹੀਂ ਹੈਗੀ, ਕੁਛ ਸੁਣੇ ਸੁਣਾਏ ਤਾਂ ਉਧਰੋਂ ਚੱਕ ਲਏ, ਕੁਛ ਉਧਰੋਂ ਚੱਕ ਲਏ। ਇਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਇਸ ਕਰਕੇ ਆਰਐਸਐਸ ਨੇ ਖੜੀ ਕੀਤੀ ਹੈ ਕਿ ਸਿੱਖ ਧਰਮ ਦਾ ਜਿਹੜਾ ਮੂਲ ਆ, ਜਿਹੜੀ ਇਹਦੀ ਅੱਡਰੀ ਹੋਂਦ ਹਸਤੀ ਦੀ ਪਛਾਣ ਉਹ ਤਾਂ ਹੀ ਖਤਮ ਕੀਤੀ ਜਾ ਸਕਦੀ ਹੈ ਜੇ ਗੁਰੂ ਸਾਹਿਬਾਨ ਨੂੰ ਰਾਸ਼ਟਰਵਾਦ ਦੇ ਹੱਕ ਚ ਢਾਲਿਆ ਜਾਵੇ, ਜੇ ਸਿੱਖ ਗੁਰੂ ਸਾਹਿਬਾਨ ਦਾ ਹੀ ਹਿੰਦੂਕਰਨ ਕਰ ਦਿੱਤਾ ਜਾਵੇ। ਇਹ ਤਲਵਾਰ ਸਨਾਤਨੀਆਂ ਲਈ ਉੱਠੀ ਸੀ ਤੇ ਫਿਰ ਜਿਹੜੀਆਂ 14 ਜੰਗਾਂ ਚੋਂ 12 ਤੋਂ ਵੱਧ ਜੰਗਾਂ ਜਿਹੜੀਆਂ ਨੇ ਸਿੱਧੇ ਤੌਰ ਤੇ ਹਿੰਦੂ ਪਹਾੜੀ ਰਾਜੇ ਕਿਉਂ ਚੜ ਕੇ ਜਿਹੜਾ ਹੈ ਗੁਰੂ ਸਾਹਿਬ ਤੇ ਹਮਲਾ ਕਰਦੇ ਰਹੇ, ਇਹਦੇ ਬਾਰੇ ਵੀ ਥੋੜਾ ਜਿਹਾ ਤੁਹਾਨੂੰ ਚਾਨਣਾ ਪਾਉਣ ਦੀ ਲੋੜ ਹੈ। ਥੋੜਾ ਜਿਹਾ ਤੁਸੀਂ ਵੀ ਹੋਰ ਰਿਸਰਚ ਕਰੋ ਵੀ ਜੇ ਤਲਵਾਰ ਸਨਾਤਨ ਲਈ ਸੀ ਤੇ ਫਿਰ ਸਨਾਤਨੀਏ ਕਿਉਂ ਗੁਰੂਆਂ ਤੇ ਹਮਲਾ ਕਰਦੇ ਰਹੇ, ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਬਣ ਜਾਂਦਾ। ਬਹੁਤ ਵੱਡਾ ਸਵਾਲ ਆ, ਬਹੁਤ ਵੱਡਾ ਸਵਾਲ ਆ। ਜੇ ਤਰਿੰਦਰ ਸ਼ਾਸਤਰੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦਾ ਮਤਲਬ ਪਤਾ ਹੁੰਦਾ ਤੇ ਇਹਨੂੰ ਇੰਨਾ ਜੋ ਇਹਨੇ ਉਲ ਜਲੂਲ ਬੋਲਿਆ ਇਹਨੂੰ ਨਹੀਂ ਬੋਲਣਾ ਚਾਹੀਦਾ, ਕਿਉਂਕਿ ਫੈਸਲਾ ਹੋ ਗਿਆ ਕਿ ਖਾਲਸਾ ਵੀ ਵਾਹਿਗੁਰੂ ਦਾ ਤੇ ਫਤਿਹ ਵੀ ਵਾਹਿਗੁਰੂ ਦੀ। ਤੇ ਜਦੋਂ ਕੌਮ ਇਦਾਂ ਦੇ ਵਿਖੜਿਆਂ ਪਿੰਡਾਂ ਤੇ ਹੋਵੇ, ਜਦੋਂ ਕੌਮ ਤੇ ਹਰੇਕ ਪਾਸਿਓਂ ਚਾਹੇ ਸਿਧਾਂਤਕ ਹਮਲੇ ਹੁੰਦੇ ਹੋਣ, ਚਾਹੇ ਕੌਮ ਦੇ ਨੌਜਵਾਨਾਂ ਨੂੰ ਕੌਮੀ ਪ੍ਰਚਾਰ ਕਰਕੇ ਜਿਹੜਾ ਹੈ ਅੰਦਰ ਬੰਦ ਕੀਤਾ ਜਾਵੇ, ਜਦੋਂ ਇਦਾਂ ਦਾ ਮਾਹੌਲ ਕਿਤੇ ਬਣ ਜਾਵੇ ਤੇ ਉਦੋਂ ਕੌਮ ਨੂੰ ਇਕੱਠੇ ਹੋ ਕੇ ਸੋਚਣਾ ਪਵੇਗਾ। ਆਪਣੀਆਂ ਜਿਹੜੀਆਂ ਜਥੇਬੰਦਕ ਲੜਾਈਆਂ, ਆਪਣੀਆਂ ਜਿਹੜੀਆਂ ਕੁਰਸੀਆਂ ਦੀਆਂ ਲੜਾਈਆਂ, ਉਹਨਾਂ ਨੂੰ ਲਾਂਭੇ ਕਰਨਾ ਪਵੇਗਾ ਤੇ ਇਕਜੁੱਟ ਹੋ ਕੇ ਜਿਹੜਾ ਹੈ ਆਪਣੇ ਆਪ ਨੂੰ ਐਜ਼ ਏ ਖਾਲਸਾ ਤੌਰ ਤੇ ਵਿਚਰਨਾ ਪਵੇਗਾ। ਹੁਣ ਜਿਹੜੀ ਇੱਕ ਓਂਕਾਰ ਦੀ ਗੁਰਮਤਿ ਦੀ ਵਿਆਖਿਆ ਕਿ ਪ੍ਰਮਾਤਮਾ ਕੇਵਲ ਇੱਕ ਆ, ਜੋ ਸਰਬ ਵਿਆਪਕ, ਸਰਬ ਸ਼ਕਤੀਮਾਨ ਤੇ ਸਰਬ ਸੰਪੰਨ ਹੈ ਜੀ। ਇਹ ਚ ਸਨਾਤਨ ਧਰਮ ਜਾਂ ਇਹਨਾਂ ਦਾ ਜਿਹੜਾ ਧਰਮ ਇਹ ਕੀ ਕਹਿੰਦਾ, ਇਹ ਕਹਿੰਦਾ ਕਿ ਲੋਕ ਅਨੇਕਾਂ ਭਗਵਾਨਾਂ ਤੇ 33 ਕਰੋੜ ਦੇਵੀ ਦੇਵਤਿਆਂ ਨੂੰ ਮੰਨਦੇ ਸਨਾਤਨ ਧਰਮ ਜੀ। ਹੁਣ ਹਿੰਦੂ ਜਿਹੜੇ ਆ ਸਨਾਤਨੀ ਆ, ਇਹ ਗਾਇਤਰੀ ਨੂੰ ਮੰਤਰ ਸਮਝਦੇ ਆ। ਸਿੱਖ ਜਿਹੜੇ ਵਾਹਿਗੁਰੂ ਨੂੰ ਮੰਤਰ ਸਮਝਦੇ ਆ। ਇਹਨਾਂ ਦਾ ਮੰਗਲਾਚਰਨ ਹੈਗਾ ਹਿੰਦੂਆਂ ਦਾ ਸ੍ਰੀ ਗਣੇਸ਼ ਨਮੇ, ਸਾਡਾ ਸਿੱਖਾਂ ਦਾ ਜਿਹੜਾ ਹੈਗਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੀ। ਹੁਣ ਇਹ ਮੁਲਾਕਾਤ ਵੇਲੇ ਬੁਲਾਉਂਦੇ ਰਾਮ ਰਾਮ ਨਮਸਤੇ, ਤੇ ਜਿਹੜਾ ਸਿੱਖ ਆ ਇਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਉਹਨੂੰ ਪਤਾ ਹੋਣਾ ਚਾਹੀਦਾ ਵੀ ਸਨਾਤਨ ਧਰਮ ਦਾ ਤੇ ਸਿੱਖ ਧਰਮ ਦਾ ਇੱਥੇ ਫਰਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਸਿੱਖੀ ਦੀ ਦਾਸਤਾਨ ਤੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਜਿਸ ਤਰੀਕੇ ਦੇ ਵੀ ਸਿਧਾਂਤਕ ਹਮਲੇ ਸਮੇਂ-ਸਮੇਂ ਤੇ ਕੌਮ ਦੇ ਉੱਤੇ ਹੁੰਦੇ ਰਹਿੰਦੇ ਨੇ, ਉਹਨਾਂ ਦੇ ਬਾਰੇ ਦਰਸ਼ਕਾਂ ਦੇ ਨਾਲ ਸਾਂਝ ਪਾਵਾਂਗੇ। ਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਸਟੂਡੀਓ ਦੇ ਵਿੱਚ ਮੌਜੂਦ ਨੇ ਜਥੇਦਾਰ ਮਹਿੰਦਰ ਸਿੰਘ ਜੀ। ਆਓ ਇਹਨਾਂ ਦਾ ਸਵਾਗਤ ਕਰੀਏ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਥੇਦਾਰ ਜੀ, ਅੱਜ ਆਪਾਂ ਗੱਲਬਾਤ ਕਰਨੀ ਹੈਗੀ ਆ। ਪਿਛਲੇ ਦਿਨੀ ਗਾਇਕ ਇੰਦਰਜੀਤ ਨਿੱਕੂ ਪਹਿਲਾਂ ਤੇ ਲੋਕ ਛੁਪ ਗਏ ਤੇ ਟੋਪੀ ਪਾ ਕੇ ਜਿਹੜਾ ਹੈ ਕੁਝ ਮਹੀਨੇ ਪਹਿਲਾਂ ਜਿਹੜਾ ਤਰਿੰਦਰ ਸ਼ਾਸਤਰੀ ਹੈਗੇ ਨੇ ਉਹਨਾਂ ਦੇ ਦਰਬਾਰ ਦੇ ਵਿੱਚ ਬਾਗੇਸ਼ਵਰ ਧਾਮ ਜਾਂਦੇ ਹਨ ਤੇ ਉਹਨਾਂ ਦਾ ਕੋਈ ਕੰਮ ਕਾਰ ਨਹੀਂ ਚੱਲ ਰਿਹਾ ਜਾਂ ਕੋਈ ਮਸਲਾ ਹੈਗਾ। ਜਦੋਂ ਵੀਡੀਓ ਵਾਇਰਲ ਹੁੰਦੀ ਹੈ ਤੇ ਬਹੁਤ ਸਾਰੇ ਜਿਹੜੇ ਪੰਜਾਬੀ ਈਵਨ ਕਿ ਇਸੇ ਹੀ ਇੰਡਸਟਰੀ ਦੇ ਉਹਨਾਂ ਨੇ ਕਾਫੀ ਉਹਨਾਂ ਦਾ ਸਾਥ ਦਿੱਤਾ ਤੇ ਹੁਣ ਕਹੀਏ ਵੀ ਚਿੱਟੇ ਦੇ ਨਹੀਂ ਜਿਹੜਾ ਉੱਥੇ ਜਿਹੜਾ ਪੱਗ ਬੰਨ੍ਹ ਕੇ ਜਾਂਦੇ ਨੇ ਤੇ ਜਿਸ ਤਰੀਕੇ ਦੀ ਹੇਠੀ ਸਿੱਖ ਕੌਮ 'ਤੇ ਕੀਤੀ ਗਈ ਜਾਂ ਜਿਸ ਤਰੀਕੇ ਦੇ ਸਿਧਾਂਤਕ ਹਮਲੇ ਬਾਗੇਸ਼ਵਰ ਧਾਮ ਵਾਲੇ ਜਿਹੜੇ ਬਾਬੇ ਦੇ ਵੱਲੋਂ ਕੀਤੇ ਗਏ, ਉਹਨਾਂ ਦੇ ਬਾਰੇ ਜਿਹੜੀ ਚਰਚਾ ਕਰਨੀ ਜ਼ਰੂਰੀ ਹੋ ਜਾਂਦੀ ਹੈ, ਕਿਉਂਕਿ ਤੁਹਾਨੂੰ ਪਤਾ ਹੈ ਕਿ ਸਿੱਖੀ ਦੀ ਦਾਸਤਾਨ ਪ੍ਰੋਗਰਾਮ 'ਚ ਕਿਤੇ ਵੀ ਕੋਈ ਵੀ ਸਿਧਾਂਤਕ ਹਮਲਾ ਹੁੰਦਾ ਹੈ ਉਹਦਾ ਪੂਰੇ ਤੱਥਾਂ ਦੇ ਆਧਾਰ ਤੇ ਜਿਹੜਾ ਹੈ ਉਹ ਐਵੀਡੈਂਸ ਦਿੱਤਾ ਜਾਂਦਾ ਹੈ। ਤੇ ਆਓ ਪਹਿਲਾਂ ਆਪਾਂ ਦੇਖਦੇ ਹਾਂ ਕਿ ਕੀ ਕੁਝ ਇਸ ਵੀਡੀਓ ਦੇ ਵਿੱਚ ਕਿਹਾ ਗਿਆ। पंजाब में सब ये बोलते हैं कि निक्कू सरदार होके हिंदुओं के धर्म पे गया है। महाराज जी सबको ये बता दो सब धर्म एक है, और जब मैं आपको मिलता हूँ आप मेरे को क्या क्या मिलते हो? बोले सोनिहा वाहेगुरु जी का खालसा वाहेगुरु जी की फतेह। ये हमारे बहुत प्यारे हैं, बागेश्वर धाम के प्रिय शिष्य हैं। सरदारों की पद्धति में पता नहीं क्या कहते, पर हम तो सरदार भाव, जिनके मस्तक पर टोपी होती है, कश्मीर पगड़ी होती है, जिनके मस्तक पर पगड़ी होती है। तो जब कश्मीरी पंडितों को मारा और भगाया जा रहा था, तब नौवें गुरु साहब,
तेग बहादुर साहब ने ही उन कश्मीरी पंडितों की रक्षा के लिए तलवार उठाई थी। और हमारी सनातन धर्म की सेना है सरदार। थैंक यू महाराज। सनातन धर्म के रक्षा के लिए ही पंच प्याले होते हैं, पगड़ी, कृपाण, ये सब सनातन धर्म की रक्षा के लिए पंच प्याले हैं। और ये जो भी कहते हैं उनके मन में मलिनता और उनको बुद्धि की शुद्धि की आवश्यकता है। अपितु सरदार सनातन धर्म के आर्मी है। सनातन धर्म की रक्षा के लिए आर्मी चाहिए, उसी का निर्माण सरदारों का किया गया है। और जो भी ऐसा करते हैं वो विचित्र है। इसलिए हम तो यही कहेंगे, बोले सो निहाल। 9वें गुरु तेग बहादुर साहब, 10वें गुरु गोविंद सिंह, हम इनकी खूब कथा गाते हैं। ये हमारे सनातन का आदर्श है और हमारे सनातन का सौभाग्य है, जिन्होंने कश्मीरी पंडितों की रक्षा के लिए अपने बच्चों की बलिदानी दे दी, लेकिन हाथ में तलवार उठा करके सनातनियों की रक्षा की। महाराज जी, पूरे सिख धर्म से आपका धन्यवाद, बहुत बहुत धन्यवाद महाराज। ਤੇ ਸ਼ੁਰੂਆਤ ਆਪਾਂ ਇੱਥੋਂ ਹੀ ਕਰਨੀ ਹੈ। ਪਹਿਲਾਂ ਤੇ ਇਹ ਫਰਕ ਦੱਸੋ ਥੋੜਾ ਜਿਹਾ ਕਿ ਸਨਾਤਨ ਧਰਮ ਤੇ ਸਿੱਖ ਧਰਮ ਦੇ ਵਿੱਚ ਫਰਕ ਕੀ ਹੈ? ਸਰਦਾਰ ਜਗਜੀਤ ਸਿੰਘ ਜੀ, ਇਹ ਸਿੱਖ ਧਰਮ ਸਨਾਤਨ ਧਰਮ ਦੇ ਫਰਕ ਤੋਂ ਪਹਿਲਾਂ ਆ ਜਿਹੜਾ ਇੰਦਰਜੀਤ ਨਿੱਕੂ ਆ ਨਾ ਜੀ, ਇਹੋ ਜਿਹੇ ਬੰਦਿਆਂ ਨੂੰ ਚੱਪਣੀ 'ਚ ਨਕਟ ਬੋ ਕੇ ਮਰ ਜਾਣਾ ਚਾਹੀਦਾ ਜੀ। ਪਹਿਲੀ ਤਾਂ ਗੱਲ ਇਹ ਹੈ। ਦੂਜੀ ਗੱਲ ਇਹ ਆ ਵੀ ਇਹ ਧਰਿੰਦਰ ਸ਼ਾਸਤਰੀ ਜਿਹੜਾ ਨਾ ਇਹਨੂੰ ਸਿੱਖ ਧਰਮ ਦਾ ਪਤਾ ਜੀ, ਇਹਨੂੰ ਸਨਾਤਨ ਧਰਮ ਦਾ ਵੀ ਨਹੀਂ ਪਤਾ। ਔਰ ਇਹ ਜੋ ਕਹਿ ਰਿਹਾ ਇਹਨੂੰ ਇਹ ਵੀ ਨਹੀਂ ਪਤਾ ਇਹਦਾ ਮਤਲਬ ਕੀ ਹੈ ਜੀ। ਹੁਣ ਇਹ ਪਹਿਲਾਂ ਕਹਿ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जब भी मिलते तब हमारी शुरुआत होती है, बोले सो निहाल, वाहेगुरु जी दा खालसा, वाहेगुरु जी की फतेह। ਜੇ ਧਰਿੰਦਰ ਸ਼ਾਸਤਰੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦਾ ਮਤਲਬ ਪਤਾ ਹੁੰਦਾ ਤੇ ਇਹਨੂੰ ਆ ਇੰਨਾ ਜੋ ਇਹਨੇ ਉਲ ਜਲੂਲ ਬੋਲਿਆ ਇਹਨੂੰ ਨਹੀਂ ਸੀ ਬੋਲਣਾ ਚਾਹੀਦਾ। ਕਿਉਂਕਿ ਫੈਸਲਾ ਹੋ ਗਿਆ ਕਿ ਖਾਲਸਾ ਵੀ ਵਾਹਿਗੁਰੂ ਦਾ ਤੇ ਫਤਿਹ ਵੀ ਵਾਹਿਗੁਰੂ ਦੀ। ਜੇ ਇਹਨੂੰ ਇੰਨਾ ਇੱਥੋਂ ਆਪਾਂ ਤਾਂ ਕਿਹਾ ਵੀ ਇਹਨੂੰ ਕਿਸੇ ਗੱਲ ਦਾ ਗਿਆਨ ਨਹੀਂ ਹੈ, ਇਹ ਤੋਤੇ ਵਾਂਗੂ ਰੱਟਿਆ ਬੋਲਦਾ। ਹੁਣ ਆਪਾਂ ਗੱਲ ਕਰਦੇ ਹਾਂ ਸਿੱਖ ਧਰਮ ਦਾ ਤੇ ਸਨਾਤਨ ਧਰਮ ਦਾ ਫਰਕ। ਇਹ ਸਰਦਾਰ ਜਗਜੀਤ ਸਿੰਘ ਜੀ, ਸਿੱਖ ਧਰਮ ਦਾ ਇਕੱਲੇ ਸਨਾਤਨ ਧਰਮ ਨਾਲੋਂ ਹੀ ਨਹੀਂ, ਦੁਨੀਆ ਦੀਆਂ ਧਰਮਾਂ ਨਾਲੋਂ ਇੱਕ ਬਹੁਤ ਵੱਡਾ ਜਿਹੜਾ ਅੰਤਰ ਹੈ ਉਹ ਕੀ ਹੈ। ਦੁਨੀਆ ਦੇ ਇਤਿਹਾਸ ਵਿੱਚ ਕਿਸੇ ਵੀ ਪੈਗੰਬਰ ਨੇ ਜਾਂ ਕਿਸੇ ਵੀ ਧਰਮ ਦੇ ਬਾਨੀ ਨੇ ਰੱਬ ਦਾ ਸਰੂਪ ਆਪਣੇ ਹੱਥੀਂ ਲਿਖ ਕੇ ਬਿਆਨ ਨਹੀਂ ਕੀਤਾ। ਇਹ ਸਿਰਫ ਇੱਕ ਸਿੱਖ ਧਰਮ ਦੇ ਬਾਨੀ ਕਹਿ ਲਓ ਜਾਂ ਜਿਹੜੇ ਅਕਾਲ ਪੁਰਖ ਦੀ ਜੋਤ ਹੈ ਗੁਰੂ ਨਾਨਕ ਸਾਹਿਬ, ਇਹ ਪਹਿਲੇ ਦੁਨੀਆ ਦੇ ਗੁਰੂ ਕਹੀਏ, ਪੈਗੰਬਰ ਕਹੀਏ, ਕੁਛ ਕਹਿ ਲਓ, ਜਿਨ੍ਹਾਂ ਨੇ ਆਪਣੇ ਹੱਥੀਂ ਲਿਖ ਕੇ ਰੱਬ ਦੇ ਸਰੂਪ ਨੂੰ ਦੱਸਿਆ। ਜਿਹੜਾ ਜਪਜੀ ਸਾਹਿਬ ਦਾ ਮੂਲ ਮੰਤਰ ਹੋ ਗਿਆ, ਜਿਹਨੂੰ ਆਪਾਂ ਮੂਲ ਮੰਤਰ ਕਹਿੰਦੇ ਹਾਂ ਜੀ, ਇਹ ਪਹਿਲੇ ਇੱਕ ਗੁਰੂ ਨਾਨਕ ਆ ਦੁਨੀਆ ਦੇ ਇਤਿਹਾਸ 'ਚ ਜਿਨ੍ਹਾਂ ਨੇ ਆਪਣੇ ਹੱਥੀਂ ਆਪਣੀ ਲਿਪੀ 'ਚ ਲਿਖ ਕੇ ਦੱਸਿਆ ਕਿ ਜਿਹੜਾ ਰੱਬ ਦਾ ਸਰੂਪ ਆ ਆ। ਹੁਣ ਜਿਹੜਾ ਰੱਬ ਦਾ ਸਰੂਪ ਉਹਨਾਂ ਨੇ ਦੱਸਿਆ, ਉਹਦੇ 'ਚ ਹੀ ਸਨਾਤਨ ਧਰਮ ਜਿਹੜਾ ਇਹ ਬਿਲਕੁਲ ਵੱਖਰਾ ਹੋ ਜਾਂਦਾ। ਦੇਖੋ, ਇਹਦੇ 'ਚ ਆਪਾਂ ਸ਼ੁਰੂ ਕਰਦੇ ਹਾਂ ਇੱਕ ਓਂਕਾਰ ਤੋਂ। ਹੁਣ ਜਿਹੜੀ ਇੱਕ ਓਂਕਾਰ ਦੀ ਗੁਰਮਤ ਦੀ ਵਿਆਖਿਆ ਕਿ ਪਰਮਾਤਮਾ ਕੇਵਲ ਇੱਕ ਆ, ਜੋ ਸਰਬ ਵਿਆਪਕ, ਸਰਬ ਸ਼ਕਤੀਮਾਨ ਤੇ ਸਰਬ ਸੰਪੰਨ ਆ ਜੀ। ਇਹ 'ਚ ਸਨਾਤਨ ਧਰਮ ਜਾਂ ਇਹਨਾਂ ਦਾ ਜਿਹੜਾ ਧਰਮ ਇਹ ਕੀ ਕਹਿੰਦਾ, ਇਹ ਕਹਿੰਦਾ ਕਿ ਲੋਕ ਅਨੇਕਾਂ ਭਗਵਾਨਾਂ ਤੇ 33 ਕਰੋੜ ਦੇਵੀ ਦੇਵਤਿਆਂ ਨੂੰ ਮੰਨਦੇ ਆ। ਸਨਾਤਨ ਧਰਮ ਬਿਲਕੁਲ ਗਾਂ ਇੱਥੇ ਹੀ ਬਸ ਨਹੀਂ। ਦੂਜਾ ਫਿਰ ਆ ਗਿਆ ਕਿ ਜਿਹੜੇ ਸਾਡੇ ਅੱਜ ਬਿਲਕੁਲ ਜਿਹੜੇ ਸਾਡਾ ਰੋਹ ਰੀਤਾਂ, ਹੁਣ ਹਿੰਦੂ ਜਿਹੜੇ ਆ ਸਨਾਤਨੀ ਆ, ਇਹ ਗਾਇਤਰੀ ਨੂੰ ਮੰਤਰ ਸਮਝਦੇ ਆ। ਸਿੱਖ ਜਿਹੜੇ ਇਹ ਵਾਹਿਗੁਰੂ ਨੂੰ ਮੰਤਰ ਸਮਝਦੇ ਆ। ਇਹਨਾਂ ਦਾ ਮੰਗਲਾਚਰਨ ਹੈਗਾ ਹਿੰਦੂਆਂ ਦਾ ਸ੍ਰੀ ਗਣੇਸ਼ ਨਮੇ। ਸਾਡਾ ਸਿੱਖਾਂ ਦਾ ਜਿਹੜਾ ਹੈਗਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੀ। ਹੁਣ ਇਹ ਮੁਲਾਕਾਤ ਵੇਲੇ ਬੁਲਾਉਂਦੇ ਰਾਮ ਰਾਮ ਨਮਸਤੇ, ਤੇ ਜਿਹੜਾ ਸਿੱਖ ਆ ਇਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਉਹਨੂੰ ਪਤਾ ਹੋਣਾ ਚਾਹੀਦਾ ਸੀ ਵੀ ਸਨਾਤਨ ਧਰਮ ਦਾ ਤੇ ਸਿੱਖ ਧਰਮ ਦਾ ਇੱਥੇ ਫਰਕ ਹੈ। ਉਹ ਕਹਿੰਦੇ ਰਾਮ ਰਾਮ ਬੁਲਾਉਂਦੇ ਆ, ਸਿੱਖ ਜਿਹੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਆ। ਇਹਨਾਂ ਦੇ ਧਰਮ ਪੁਸਤਕ ਜਿਹੜੇ ਆ ਇਹ ਹਿੰਦੂਆਂ ਦੇ ਵੇਦ ਆਦਿਕ ਜਿੰਨੇ ਹੈਗੇ ਆ, ਤੇ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਆ। ਇਹਨਾਂ ਦੇ ਤੀਰਥ ਜਿਹੜੇ ਹਿੰਦੂਆਂ ਦਾ ਗਿਆ, ਪ੍ਰਯਾਗ ਆਦਿਕ ਜਿੰਨੇ ਵੀ ਹੈਗੇ ਆ, ਤੇ ਸਿੱਖ ਸੱਚਾ ਤੀਰਥ ਸੱਤ ਸਰਨਾਵਣ ਨੂੰ ਸਮਝਦੇ ਆ, ਤੇ ਸ੍ਰੀ ਦਰਬਾਰ ਸਾਹਿਬ ਅੰਬਰ ਤੇ ਅਬਚਲ ਨਗਰ ਨੂੰ ਆਪਣੇ ਧਾਰਮਿਕ ਸਥਾਨ ਸਮਝਦੇ ਆ ਜੀ।
ਗਾਂ ਹਿੰਦੂਆਂ ਦੇ ਠਾਕਰ ਦੁਆਰੇ ਹੈ ਤੇ ਸਿੱਖਾਂ ਦੇ ਗੁਰਦੁਆਰੇ ਹੈ। ਜ਼ਮੀਨ ਸਮਾਨ ਦਾ ਫਰਕ ਹੈ ਨਾ ਜੀ। ਠਾਕਰ ਦੁਆਰਿਆਂ 'ਚ ਮੂਰਤੀ ਪੂਜਾ ਹੁੰਦੀ ਹੈ ਤੇ ਗੁਰਦੁਆਰਿਆਂ 'ਚ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਬਾਕੀ ਇਹ ਸਾਰਾ ਹੀ ਜਿੰਨਾ ਇਹਨਾਂ ਦੇ ਹੁਣ ਸੰਸਕਾਰ ਜਿਹੜੇ ਆ ਹਿੰਦੂ, ਜਨੇਊ ਤੇ ਮੁੰਡਨ, ਇਹ 3 ਸੰਸਕਾਰ ਆ ਤੇ ਆਪਣਾ ਸੰਸਕਾਰ ਆ ਅੰਮ੍ਰਿਤ ਛਕਣਾ। ਹੁਣ ਇਹ ਹਿੰਦੂ ਬ੍ਰਾਹਮਣ ਤੇ ਸੰਨਿਆਸੀ ਨੂੰ ਦਾਨ ਦੇਣਾ ਪੁੰਨ ਸਮਝਦੇ ਆ ਤੇ ਸਿੱਖ ਜਿਹੜੇ ਉਹ ਲੋੜਵੰਦਾਂ ਨੂੰ ਦਾਨ ਦੇਣਾ ਸਮਝਦੇ ਕੱਢ ਕੇ ਤੇ ਜਿਹੜਾ ਇਹੀ ਇੱਕ ਆਪਣਾ ਦਸਵੰਧ ਲੋੜਵੰਦਾਂ ਲਈ ਜੀ। ਇਹਨਾਂ ਦਾ ਹੈਗਾ ਚਿੰਨ, ਤਿਲਕ, ਮਾਲਾ, ਜਨੇਊ, ਧੋਤੀ ਤੇ ਸਿੱਖਾਂ ਦਾ ਹੈਗਾ ਕੰਘਾ, ਕੱਛ, ਕੜਾ, ਕਿਰਪਾਨ। ਇਹਨਾਂ ਦੇ ਦਿਨ ਦਿਹਾੜੇ ਜਿਹੜੇ ਰਾਮਨੌਮੀ ਆਦਿਕ ਮਨਾਉਂਦੇ ਆ ਤੇ ਸਿੱਖ ਜਿਹੜੇ ਗੁਰਮਤ ਆਪਣੇ ਗੁਰੂ ਸਾਹਿਬ ਦੇ ਗੁਰਪੁਰਬ ਮਨਾਉਂਦੇ ਆ ਜੀ। ਇਹ ਤਾਂ ਹੋ ਗਿਆ ਸਾਡਾ ਫਰਕ। ਹੁਣ ਇਹ ਆ ਕਿ ਦੁਨੀਆ ਭਰ ਦੇ ਜਿਹੜੇ ਮੈਨੂੰ 2 ਮਿੰਟ ਦੇਣੇ ਸਿੱਖ ਧਰਮ ਨੂੰ, ਇਹ ਨਹੀਂ ਜਿਹੜਾ ਮਰਜ਼ੀ ਹੁਣ ਸਿੱਖ ਧਰਮ ਦਾ ਮਖੌਲ ਉਡਾ ਰਿਹਾ। ਮੈਂ ਸਿਰਫ 3 ਦੁਨੀਆ ਦੇ ਫਿਲਾਸਫਰ ਉਹਨਾਂ ਨੇ ਸਿੱਖ ਧਰਮ ਬਾਰੇ ਕੀ ਕਿਹਾ ਉਹਨਾਂ ਦੀਆਂ 4-4 ਲਾਈਨਾਂ ਪੜ੍ਹੂੰਗਾ ਜਿਹੜੇ ਮੇਨ ਫਿਲਾਸਫਰ ਹੋਏ ਆ। ਇਹਨਾਂ 'ਚ H.L. ਬਰਾਡਸ਼ਾਹ, ਉਹ ਕਹਿੰਦਾ ਸਿੱਖੀ ਜਿੱਥੇ ਇੱਕ ਸਰਬ ਵਿਆਪਕ ਵਿਸ਼ਵ ਧਰਮ ਹੈ ਉੱਥੇ ਇਹ ਨਵੇਂ ਯੁੱਗ ਦਾ ਧਰਮ ਵੀ ਹੈ। ਇਹ ਧਰਮ ਸਾਇੰਸ ਦੀ ਕਸਵੱਟੀ ਉੱਤੇ ਵੀ ਪੂਰਾ ਉਤਰਦਾ। ਇਸ ਲਈ ਭਵਿੱਖ ਦੇ ਮਨੁੱਖ ਲਈ ਸਿੱਖ ਧਰਮ ਹੀ ਆਖਰੀ ਆਸ ਤੇ ਸਹਾਰਾ ਹੈ। H.L. ਬਰਾਡਸ਼ਾਹ। ਦੂਜਾ ਆ ਗਿਆ C.H. ਪੇਨ, ਉਹ ਕਹਿੰਦਾ ਕਿ ਸਿੱਖ ਧਰਮ ਜੁਝਾਰੂਆਂ ਦਾ ਧਰਮ ਆ ਜਿਹੜੇ ਦੁਨੀਆ ਵਿੱਚ ਰਹਿ ਕੇ ਬੁਰਾਈਆਂ ਨਾਲ ਜੂਝਦੇ ਰਹਿੰਦੇ ਹਨ। ਧਰਮ ਉਹੀ ਜਿੰਦਾ ਰਹਿ ਸਕਦਾ ਹੈ ਜਿਹੜਾ ਇਸ ਦੀ ਵਰਤੋਂ ਸਿਖਾਵੇ, ਇਹ ਨਾ ਸਿਖਾਵੇ ਕਿ ਬਦੀਆਂ ਤੋਂ ਕਿਵੇਂ ਬਚਣਾ, ਸਗੋਂ ਇਹ ਸਿਖਾਵੇ ਕਿ ਬਦੀਆਂ ਦਾ ਟਾਕਰਾ ਕਰਦੇ ਕਾਮਯਾਬ ਕਿੱਦਾਂ ਹੋਣਾ। ਤੀਸਰਾ ਹੋ ਗਿਆ R.L. ਟੈਨਬੀ, ਉਹ ਟੈਨਬੀ ਲਿਖਦਾ ਕਿ ਅੱਜ ਦਾ ਧਰਮ ਹੀ ਨਹੀਂ, ਸਿੱਖ ਧਰਮ ਅੱਜ ਦਾ ਧਰਮ ਹੀ ਨਹੀਂ ਸਗੋਂ ਕੱਲ੍ਹ ਦਾ ਧਰਮ ਵੀ ਹੈ, ਕਿਉਂਕਿ ਇਸ ਦਾ ਖਜ਼ਾਨਾ ਆਤਮਿਕ ਸ਼ਾਂਤੀ ਦਾ ਅਮੁੱਕ ਸੋਮਾ। ਹੁਣ ਇਹ ਸਿੱਖ ਧਰਮ ਬਾਰੇ ਲਿਖਿਆ ਜਿਹੜੇ ਫਿਲਾਸਫਰ ਆ। ਇੱਕ ਆਖਰੀ ਇਹ ਆ ਕਿ ਇੱਕ ਇਹਨਾਂ ਦਾ ਬੜਾ ਹਿੰਦੂ ਵਿਦਵਾਨ ਜਿਹਦਾ ਆਪਾਂ ਅੱਗੇ ਜ਼ਿਕਰ ਕਰ ਆਏ ਹਾਂ, ਤੀਰਥ ਰਾਮ ਡੰਡੀ ਸੰਨਿਆਸੀ। ਉਹ ਜਿਹੜਾ ਬੰਦਾ ਵਿਦਵਾਨ ਆ ਬਹੁਤ, ਆਪਾਂ ਗੱਲ ਛੋਟੀ ਕਰੀਏ ਕਿ ਉਹਨੂੰ ਜਦੋਂ ਹਿੰਦੂ ਸ਼ਾਸਤਰਾਂ ਦੇ ਵਿੱਚੋਂ ਕੁਛ ਨਹੀਂ ਲੱਭਾ, ਉਹਨੇ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕੀਤਾ, ਉਹ ਸੰਨਿਆਸੀ ਤੋਂ ਸਿੱਖ ਹੋਇਆ ਔਰ ਉਹਨੇ ਸਿੱਖ ਹੋ ਕੇ ਜੋ ਲਿਖਿਆ ਇਹ ਬਕਾਇਦਾ ਕਿਤਾਬ 'ਚ ਛਪਿਆ, ਜਿਹੜਾ ਮਰਜ਼ੀ ਪੜ੍ਹ ਸਕਦਾ, ਮੈਂ ਤੁਹਾਨੂੰ ਦੇ ਜਾਣਾ। ਪਰ ਉਹਨੇ ਲਿਖਿਆ ਕੀ ਹੈ ਇੱਥੇ ਸਿੱਖ ਧਰਮ ਦਾ ਤੇ ਹਿੰਦੂ ਧਰਮ ਦਾ, ਸਨਾਤਨ ਧਰਮ ਦਾ ਉਹ ਫਰਕ ਕੀ ਕਹਿ ਰਿਹਾ, ਇਹਨਾਂ ਦਾ ਵਿਦਵਾਨ ਅਸੀਂ ਆਪਣੇ ਕੋਲੋਂ ਨਹੀਂ ਕਹਿੰਦੇ। ਉਹ ਕਹਿੰਦਾ ਕਿ ਮੈਂ ਵੇਦਾਂ ਦਾ, ਸ਼ਾਸਤਰਾਂ ਦਾ, ਸਿਮਰਤੀਆਂ ਦਾ, ਸਮਾਰਤ ਸੂਤਰਾਂ ਨੂੰ, ਤੰਤਰ ਤਥਾ ਪੁਰਾਣਾਂ ਦਾ ਪੂਰਵੋਵਾਦ ਅਨੇਕ ਦੋਸ਼ਾਂ ਤੋਂ ਭ੍ਰਿਸ਼ਟ ਹੋਏ ਜਾਣ ਕੇ ਬਹੁਤ ਸਾਰੇ ਅੰਸ਼ਾਂ ਵਿੱਚ ਇਹਨਾਂ ਗ੍ਰੰਥਾਂ ਨੂੰ ਛੋੜ ਦਿੱਤਾ, ਸਨਾਤਨੀ ਗ੍ਰੰਥਾਂ ਨੂੰ। ਇਹ ਤੀਰਥ ਰਾਮ ਡੰਡੀ ਸੰਨਿਆਸੀ ਕਹਿ ਰਿਹਾ, ਅਸੀਂ ਨਹੀਂ ਕਹਿ ਰਹੇ। ਛੋੜ ਦਿੱਤਾ, ਕੇਵਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਲਕੁਲ ਨਿਰਦੋਸ਼ ਜਾਣ ਕੇ ਤੇ ਮਨੁੱਖ ਮਾਤਰ ਦਾ ਹਿਤੈਸ਼ੀ ਮੰਨ ਕੇ ਮੈਂ ਇਸ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਧਰਮ ਗ੍ਰੰਥ ਮੰਨ ਲਿਆ ਹੈ ਅਤੇ ਮੈਂ ਆਪਣੇ ਆਪ ਨੂੰ ਹੁਣ ਗੁਰੂ ਨਾਨਕ ਦੇਵ ਜੀ ਦਾ ਸਿੱਖ ਮੰਨਦਾ ਹਾਂ, ਇਸ ਲਈ ਮੈਂ ਗੁਰੂ ਦਾ ਸਿੱਖ ਹਾਂ। ਮਤਲਬ ਵਿਸਥਾਰ ਦੇ ਵਿੱਚ ਤੁਸੀਂ ਸਾਰਾ ਦੱਸ ਦਿੱਤਾ ਕਿ ਇਹ ਵੱਡਾ ਫਰਕ ਹੈਗਾ ਤੇ ਕਿਤੇ ਨਾ ਕਿਤੇ ਇਹ ਗੱਲ ਕਹਿਣਾ ਜਾਂ ਮਿਲ ਕੇ ਦਿਖਾਉਣਾ ਜਾਂ ਇਹ ਕਹਿਣਾ ਵੀ ਸਿੱਖ ਵੀ ਸਨਾਤਨ ਦੇ ਵਿੱਚੋਂ ਹੀ ਨਹੀਂ, ਆਪਣੇ ਆਪ ਹੀ ਜਿਹੜਾ ਇੱਕ ਸਵਾਲਾਂ ਦੇ ਚਿੰਨ੍ਹ ਜਿਹੜਾ ਹੈ ਆਪਣੇ ਆਪ ਹੀ ਬਣ ਜਾਂਦਾ ਹੈਗਾ। ਤੇ ਅੱਗੇ ਬੋਲਦੇ ਹੋਇਆ ਜਥੇਦਾਰ ਜੀ ਉਹ ਕਹਿੰਦਾ ਹੈਗਾ ਵੀ ਕਸ਼ਮੀਰੀ ਪੰਡਤਾਂ ਨੂੰ ਮਾਰਿਆ ਤੇ ਭਜਾਇਆ ਜਾ ਰਿਹਾ ਸੀ ਤੇ ਉਸ ਵੇਲੇ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਰੱਖਿਆ ਲਈ ਤਲਵਾਰ ਉਠਾਈ। ਇੱਕ ਤੇ ਇਤਿਹਾਸ ਬਾਰੇ ਵੀ ਇਹਨੂੰ ਮੇਰਾ ਖਿਆਲ ਕੋਈ ਬਹੁਤੀ ਜਾਣਕਾਰੀ ਨਹੀਂ ਹੈਗੀ, ਕੁਛ ਸੁਣੇ ਸੁਣਾਏ ਤੱਥ उधरों चक ले, कुछ उधरों चक ले। सरदारों की पद्धति में पता नहीं क्या कहते, पर हम तो सरदार भाव जिनके मस्तक पर टोपी होती है, कश्मीरी पगड़ी होती है, जिनके मस्तक पर पगड़ी होती है। तो जब कश्मीरी पंडितों को मारा और भगाया जा रहा था तब 9वें गुरु साहब
गुरु तेग बहादुर साहब ने ही उन कश्मीरी पंडितों की रक्षा के लिए तलवार उठाई थी और हमारी सनातन धर्म की सेना है सरदार। ਪਹਿਲੀ ਤਾਂ ਗੱਲ ਇਹ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸ਼ਾਂਤਮਈ ਹੋਈ ਹੈ। ਜੀ ਬਿਲਕੁਲ। ਇਹ ਕਹਿੰਦਾ ਤਲਵਾਰ ਉਠਾਈ ਹੈ। ਜੀ ਜੀ ਅਸੀਂ ਕਲੀਅਰ ਕਰ ਲਈ ਵੀ ਬੰਦੇ ਨੂੰ ਕੱਖ ਨਹੀਂ ਪਤਾ ਹੈ। ਬਿਲਕੁਲ। ਹੁਣ ਤਲਵਾਰ ਉੱਠੀ ਪਰ ਕਦੋਂ ਉੱਠੀ? ਉੱਠੀ ਹੈ ਜੀ। ਇਹ ਜਦੋਂ 6ਵੇਂ ਪਾਤਸ਼ਾਹ ਜਿਹੜੇ ਆ ਨਾ ਜੀ ਕਸ਼ਮੀਰ ਜਾਂਦੇ ਆ, ਉੱਥੇ ਇਹਨਾਂ ਨੂੰ ਸ਼ਿਵਾਜੀ ਮਰਾਠੇ ਦਾ ਗੁਰੂ ਆ ਸਮਰੱਥ ਰਾਮਦਾਸ ਜੀ। ਹੁਣ ਗੁਰੂ ਸਾਹਿਬ ਦੇ ਨਾਲ ਸ਼ਸਤਰਧਾਰੀ ਸਾਰੇ ਸਿੰਘ ਆ, ਨਾਲ ਬੜਾ ਲਾਮ ਲਸ਼ਕਰ ਆ। ਉਹਨੇ ਦੇਖ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਵਾਲ ਕੀਤਾ ਬਈ ਤੁਸੀਂ ਤਾਂ ਹੈਗੇ ਆ ਗੁਰੂ ਨਾਨਕ ਦੇ ਗੱਦੀ ਦੇ ਵਾਰਸ, ਤੇ ਜਿਹੜੇ ਗੁਰੂ ਨਾਨਕ ਆ ਉਹ ਤਾਂ ਇੱਕ ਤਿਆਗੀ ਮਹਾਂਪੁਰਸ਼ ਸੀਗੇ ਜੀ ਜੀ, ਤੇ ਤੁਹਾਡੇ ਕੋਲ ਤਲਵਾਰ ਤੇ ਸ਼ਸਤਰਧਾਰੀ ਸਿੱਖ ਤੇ ਇੰਨਾ ਕੁਛ ਜਿਹੜਾ ਹੈਗਾ ਵੀ ਇਹ ਤਾਂ ਗੁਰੂ ਨਾਨਕ ਦੀ ਜਿਹੜੀ ਵਿਚਾਰਧਾਰਾ ਦੇ ਉਲਟ ਜਾਂਦਾ। ਜੀ। ਉੱਥੇ ਹੁਣ ਜਿਹੜਾ ਹਰਗੋਬਿੰਦ ਪਾਤਸ਼ਾਹ ਨੇ ਜਵਾਬ ਦਿੱਤਾ ਉਹਨੂੰ ਸਮਰੱਥ ਰਾਮਦਾਸ ਨੂੰ, ਉਹ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਨੇ ਮਾਇਆ ਤਿਆਗੀ ਸੀ, ਸੰਸਾਰ ਨਹੀਂ ਸੀ ਤਿਆਗਿਆ। ਪਹਿਲੀ ਗੱਲ, ਗੁਰੂ ਨਾਨਕ ਨੇ ਮਾਇਆ ਤਿਆਗੀ, ਸੰਸਾਰ ਨਹੀਂ ਤਿਆਗਿਆ। ਦੂਜੀ ਤੁਸੀਂ ਇਹ ਗੱਲ ਆ ਸ਼ਸਤਰ ਦੀ ਕੀਤੀ ਹੈ। ਅਸੀਂ ਜਿਹੜੀ ਤਲਵਾਰ ਆ ਜਾਂ ਸ਼ਸਤਰ ਪਹਿਨੇ ਆ, ਇਹ ਮਜਲੂਮ ਦੀ ਰੱਖਿਆ ਲਈ ਤੇ ਜ਼ਾਲਮ ਦੀ ਭਖਿਆ ਲਈ ਉੱਠੀ ਆ ਤਲਵਾਰ। ਮਜਲੂਮ ਦੀ ਰੱਖਿਆ ਲਈ ਤੇ ਜ਼ਾਲਮ ਦੀ ਭਖਿਆ ਲਈ। ਇਹ ਤਲਵਾਰ ਜਿਹੜੀ ਉੱਠੀ, ਜਾਂ ਇਹ ਫੌਜ ਦੀ ਗੱਲ ਕਰਦਾ ਤੇ 6ਵੇਂ ਪਾਤਸ਼ਾਹ ਤੋਂ ਉੱਠੀ ਹੈ, ਪਰ ਤਲਵਾਰ ਉੱਠੀ ਆ ਮਜਲੂਮਾਂ ਦੀ ਸਹਾਇਤਾ ਕਰਨ ਲਈ, ਤੇ ਜਿਹੜਾ ਜ਼ਾਲਮ ਆ ਉਹਦਾ ਕੀ ਇਹਨੂੰ ਕਹਿੰਦੇ ਖਾਤਮਾ ਕਰਨ ਲਈ। ਇਸ ਕਰਕੇ ਇਹਨੂੰ ਤੇ ਇਹ ਵੀ ਨਹੀਂ ਪਤਾ ਵੀ ਤਲਵਾਰ ਉੱਠੀ ਕਦੋਂ ਆ। ਗੁਰੂ ਤੇਗ ਬਹਾਦਰ ਸਾਹਿਬ ਨੇ ਤਲਵਾਰ ਨਹੀਂ ਉਠਾਈ, ਤਲਵਾਰ ਤਾਂ ਪਹਿਲਾਂ ਉੱਠ ਚੁੱਕੀ ਹੈ। ਬਿਲਕੁਲ। ਔਰ ਆਪਾਂ ਇਤਿਹਾਸਕ ਪ੍ਰੋਗਰਾਮ ਵੀ ਨਾਲ ਦੀ ਨਾਲ ਕਰਦੇ ਹੁੰਦੇ ਆ ਵੀ ਜੇ ਤਲਵਾਰ ਸਨਾਤਨੀਆਂ ਲਈ ਉੱਠੀ ਸੀ ਤੇ ਫਿਰ ਜਿਹੜੀਆਂ 14 ਜੰਗਾਂ 'ਚੋਂ 12 ਤੋਂ ਵੱਧ ਜੰਗਾਂ ਜਿਹੜੀਆਂ ਨੇ ਸਿੱਧੇ ਤੌਰ 'ਤੇ ਹਿੰਦੂ ਪਹਾੜੀ ਰਾਜੇ ਕਿਉਂ ਚੜ੍ਹ ਕੇ ਜਿਹੜਾ ਹੈ ਗੁਰੂ ਸਾਹਿਬ 'ਤੇ ਹਮਲਾ ਕਰਦੇ ਰਹੇ, ਇਹਦੇ ਬਾਰੇ ਵੀ ਥੋੜ੍ਹਾ ਜਿਹਾ ਤੁਹਾਨੂੰ ਚਾਨਣਾ ਪਾਉਣ ਦੀ ਲੋੜ ਹੈ। ਥੋੜ੍ਹਾ ਜਿਹਾ ਤੁਸੀਂ ਵੀ ਹੋਰ ਰਿਸਰਚ ਕਰੋ ਵੀ ਜੇ ਤਲਵਾਰ ਸਨਾਤਨ ਲਈ ਸੀ ਤੇ ਫਿਰ ਸਨਾਤਨੀਆਂ ਹੀ ਕਿਉਂ ਗੁਰੂਆਂ 'ਤੇ ਹਮਲਾ ਕਰਦੇ ਰਹੇ, ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਬਣ ਜਾਂਦਾ। ਬਹੁਤ ਵੱਡਾ ਸਵਾਲ ਆ, ਬਹੁਤ ਵੱਡਾ ਸਵਾਲ ਆ। ਗੁਰੂ ਸਾਹਿਬ ਨੇ ਜਦੋਂ 1699 ਦੀ ਵਿਸਾਖੀ ਤੋਂ ਬਾਅਦ ਜੋ ਕਿਹਾ, ਉਹ ਬਕਾਇਦਾ ਸਾਨੂੰ ਇਤਿਹਾਸ 'ਚ ਹਵਾਲਾ ਮਿਲਦਾ ਜੀ। 5 ਹੀ ਲਾਈਨਾਂ ਆ। ਇਹ ਫਿਰ ਦੇਖ ਲੈਣ ਬਈ ਇਹ ਸਨਾਤਨ ਧਰਮ ਨੂੰ ਕਿਉਂ ਗੁਰੂ ਸਾਹਿਬ ਬਚਾਉਂਦੇ। ਗੁਰੂ ਸਾਹਿਬ ਦਾ ਐਲਾਨਨਾਮਾ ਮੈਂ ਤੁਹਾਨੂੰ ਪੜ੍ਹ ਕੇ ਦੱਸਦਾ ਜ਼ਰੂਰ। ਹੁਣ ਉਹਨਾਂ ਨੇ ਕਿਹਾ, ਜਦੋਂ ਉਹਨਾਂ ਨੇ 1699 ਤੋਂ ਅੰਮ੍ਰਿਤ ਛਕਾ ਲਿਆ ਸਾਰਿਆਂ ਨੂੰ, 1699 ਦੀ ਇਤਿਹਾਸਕ ਵਿਸਾਖੀ ਨੂੰ ਕਲਗੀਧਰ ਪਾਤਸ਼ਾਹ ਨੇ ਖਾਲਸਾ ਪੰਥ ਦੇ ਨਿਆਰੇ ਅਮਲ ਦੀਆਂ ਕੁਝ ਬਾਹਰ ਮੁਖੀ ਰੇਖਾਵਾਂ ਨਿਸ਼ਚਿਤ ਕੀਤੀਆਂ, ਜਿਹੜਾ ਕੱਛ ਖੜਾ ਕਿਰਪਾਨ ਆਪਾਂ 5 ਕਕਾਰ ਜਿਹੜੇ ਹੈ, ਤੇ ਨਾਲ ਉਹਨਾਂ ਨੇ ਕਿਹਾ ਕਿ ਜਿਵੇਂ ਸਿੱਖਾਂ ਨੂੰ ਕਿਹਾ ਕੀ ਹੈ ਕਿ ਹਿੰਦੂ ਸ਼ਾਸਤਰਾਂ ਵਿੱਚ ਮਿਥੇ 4 ਵਰਣ ਆਪਣੀ ਅਲਹਿਦਗੀ ਛੱਡ ਕੇ ਇੱਕੋ ਧਰਮ 'ਚ ਆਉਣਾ, ਤੁਸੀਂ ਹਿੰਦੂ ਸ਼ਾਸਤਰਾਂ ਦੇ ਅਨੁਸਾਰ ਨਹੀਂ ਚੱਲਣਾ, ਵਰਨ ਵੰਡ ਨੂੰ ਨਹੀਂ ਮੰਨਣਾ ਜੀ। 10 ਗੁਰੂ ਸਾਹਿਬਾਨਾਂ ਤੋਂ ਬਿਨਾਂ ਕਿਸੇ ਦੇਵੀ ਦੇਵਤੇ ਹਿੰਦੂ ਅਵਤਾਰ ਉੱਤੇ ਸ਼ਰਧਾ ਨਹੀਂ ਲਿਆਉਣੀ। ਪੌਲ ਦੀ ਦਾਤ ਲੈ ਕੇ ਸਾਰੇ ਵਰਨ ਖਰਨ ਜਿਹੜਾ ਇੱਕ ਥਾਂ ਖਾਣ ਪੀਣ ਜੀ, ਔਰ ਕਿਸੇ ਦੇ ਨਾਲ ਨਫ਼ਰਤ ਨਹੀਂ ਕਰਨੀ, ਤੇ ਮੇਨਲੀ ਇਹ ਆ ਕਿ ਸਨਾਤਨੀ ਗ੍ਰੰਥਾਂ ਨੂੰ ਨਹੀਂ ਮੰਨਣਾ। ਇਹ ਗੁਰੂ ਸਾਹਿਬ ਵੱਲੋਂ ਐਲਾਨ ਕੀਤਾ ਗਿਆ, ਬਿਲਕੁਲ ਲਿਖਤੀ ਤੌਰ ਤੇ ਹੈ, ਜਿਹੜਾ ਇਤਿਹਾਸ 'ਚ ਮਿਲਦਾ ਜੀ ਜੀ। ਗੱਲ ਸਮਝ ਆਈ ਨਾ। ਹੁਣ ਅਸੀਂ ਇਹ ਦੇਖਣਾ ਵੀ ਇਹ ਕਿੱਦਾਂ ਕਹਿ ਰਿਹਾ ਵੀ ਸਨਾਤਨੀ ਧਰਮ ਲਈ ਤਲਵਾਰ ਉਠਾਈ। ਇਸ ਧਰਮ ਨੂੰ ਤਾਂ ਗੁਰੂ ਨਾਨਕ ਨੇ, ਦੇਖੋ ਗੱਲ ਕੀ ਹੈ ਜਗਜੀਤ ਸਿੰਘ ਜੀ, ਕਿ ਇਹਨਾਂ ਦਾ ਜਿਹੜਾ ਜਾਤ ਪਾਤੀ ਸਿਸਟਮ ਸੀ ਨਾ, ਗੁਰੂ ਨਾਨਕ ਨੇ ਇਹ ਜਿਹੜੀ ਗੱਲ ਖਤਮ ਕਰਤੀ ਸੀ ਵੀ ਇਹ ਜਿਹੜਾ ਜਾਤ ਪਾਤੀ ਸਿਸਟਮ ਹੈ ਇਹਨਾਂ ਦਾ, ਅਸੀਂ ਇਹਨੂੰ ਮੁੱਢੋਂ ਨਕਾਰਦੇ ਹਾਂ ਜੀ ਜੀ ਬਿਲਕੁਲ। ਜਿਸ ਧਰਮ ਨੂੰ ਗੁਰੂ ਨਾਨਕ ਨੇ ਹੀ ਨਕਾਰ ਦਿੱਤਾ ਹੋਵੇ ਤੇ ਪੈਰਲਲ ਬਕਾਇਦਾ ਜਿਹੜਾ ਇੱਕ ਐਸਾ ਸਾਂਝਾ ਧਰਮ ਪੈਦਾ ਕੀਤਾ ਵੀ ਜਿਹੜਾ ਲੋਕ ਕਹਿੰਦੇ ਆ, ਤੇ ਫਿਰ ਸਨਾਤਨ ਧਰਮ ਲਈ ਤਲਵਾਰ ਉਠਾਉਣ। ਦੂਜੀ ਆ ਜਿਹੜੀ ਆਪ ਦੀ ਗੱਲ ਆ, ਇਹ ਤੇ ਜ਼ੋਰ ਦੇਣਾ ਚਾਹੀਦਾ ਵੀ ਜੇ ਸਨਾਤਨੀ ਧਰਮ ਲਈ ਤਲਵਾਰ ਉਠਾਈ ਸੀ ਤੇ ਫਿਰ ਸਨਾਤਨੀ ਹਿੰਦੂਆਂ ਨੇ ਸਭ ਤੋਂ ਵੱਧ ਵਿਰੋਧ ਗੁਰੂ ਦਾ ਕਿਉਂ ਕੀਤਾ। ਮੈਂ ਤੁਹਾਨੂੰ ਦੱਸਦਾ ਕਿ ਪੰਜਾਬ ਦਾ ਇਤਿਹਾਸ ਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚੋਂ ਜਿਲਦ 5ਵੀਂ
ਗੁਰੂ ਕਾਲ 1469 ਤੋਂ 1708 ਜੀ ਡਾਕਟਰ ਸੁਖਦਿਆਲ ਸਿੰਘ ਦਾ। ਹੂੰ ਮੈਂ ਉਹ ਜਿਹੜੇ ਗੁਰੂ ਤੇਗ ਬਹਾਦਰ ਬਾਰੇ ਤੇ ਗੁਰੂ ਗੋਬਿੰਦ ਸਿੰਘ ਬਾਰੇ ਜੋ ਇਹਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਲਿਖਿਆ, ਹੂੰ ਇਹ ਤਾਂ ਕਹਿੰਦਾ ਨਾ ਵੀ ਉਹ ਅਸੀਂ ਉਹ ਤਾਂ ਕਥਾ ਕਰਦੇ ਹਾਂ ਵੀ ਉਹ ਸਾਡੇ ਆਦਰਸ਼ ਹੈ, ਪਰ ਉਹ ਸੀ ਕੀ ਇਹ ਪੰਜਾਬੀ ਯੂਨੀਵਰਸਿਟੀ ਦੇ ਮੈਂ ਸਿਰਫ 2-2 ਲਾਈਨਾਂ ਪੜ੍ਹੂੰਗਾ ਜੀ ਤਾਂ ਕਿ ਭੁਲੇਖਾ ਨਿਕਲ ਜੇ। ਜੀ ਜੀ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਜੀਵਨ ਕਾਲ ਹੈ ਨਾ ਜੀ 1664 ਤੋਂ 1675, ਉਹਦੇ ਬਾਰੇ ਸਰਦਾਰ ਜਗਜੀਤ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਛਪੀ ਪੰਜਾਬ ਦੇ ਇਤਿਹਾਸ 'ਚ ਕੀ ਲਿਖਿਆ। ਗੁਰੂ ਤੇਗ ਬਹਾਦਰ ਜੀ ਸਿੱਖ ਰਾਸ਼ਟਰ ਦੇ 9ਵੇਂ ਗੁਰੂ ਸੀ। ਔਰ ਭਾਈ ਕਾਹਨ ਸਿੰਘ ਨਾਭਾ ਇਹਨਾਂ ਨੂੰ ਸਿੱਖ ਕੌਮ ਦੇ 9ਵੇਂ ਬਾਦਸ਼ਾਹ ਲਿਖਦਾ। ਜੀ ਜੀ ਇਹ ਕਹਿੰਦੇ ਅਸੀਂ ਸਨਾਤਨ ਦਾ ਉਹਨਾਂ ਦਾ ਪ੍ਰਚਾਰ ਕਰਦੇ ਹਾਂ। ਗੁਰੂ ਤੇਗ ਬਹਾਦਰ ਜੀ ਸਿੱਖ ਰਾਸ਼ਟਰ ਦੇ 9ਵੇਂ ਗੁਰੂ ਸੀ। ਇਹਨਾਂ ਦਾ ਸਮਾਂ 1664 ਤੋਂ 1675 ਤੱਕ ਦਾ। ਆਪ ਜੀ ਦੇ ਸਮੇਂ ਤੱਕ ਸਿੱਖ ਧਰਮ ਆਪਣਾ 8 ਪੀੜ੍ਹੀਆਂ ਦਾ ਵਿਕਾਸ ਤੈਅ ਕਰ ਚੁੱਕਿਆ ਸੀ। ਪਿੱਠ ਭੂਮੀ ਦੇ ਤੌਰ ਤੇ ਸਿੱਖ ਰਾਸ਼ਟਰ ਦੇ ਪਾਸ ਆਪਣਾ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ, ਆਪਣਾ ਕੇਂਦਰੀ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ, ਸਿੱਖ ਰਾਸ਼ਟਰ ਦੇ ਆਤਮ ਨਿਰਣੇ ਦਾ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਆਦਿ ਪ੍ਰਮੁੱਖ ਸੰਸਥਾਵਾਂ ਸਥਾਪਿਤ ਹੋ ਚੁੱਕੀਆਂ ਸੀ ਗੁਰੂ ਤੇਗ ਬਹਾਦਰ। ਹੁਣ ਲੋਕ ਗੁਰੂ ਗੋਬਿੰਦ ਸਿੰਘ ਜੀ, ਇਹਨਾਂ ਦੋਨਾਂ ਦਾ ਨਾਂ ਲਿਆ ਨਾ ਜੀ। ਉਹ ਕਹਿੰਦੇ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਹੈ ਇਹ ਸਿੱਖ ਰਾਸ਼ਟਰ ਦੇ 10ਵੇਂ ਗੁਰੂ ਹੋਏ। ਇਹ ਆਪ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਪਿੱਛੋਂ 1675 ਈਸਵੀ ਵਿੱਚ ਗੁਰੂ ਨਾਨਕ ਦੇ ਵਾਰਸ ਬਣੇ। 1708 ਈਸਵੀ ਤੱਕ ਗਰਿਆਈ ਕੀਤੀ। ਆਪ ਦੇ ਸਮੇਂ 2 ਮੁਗਲ ਬਾਦਸ਼ਾਹ ਹੋਏ, ਪਹਿਲਾ ਔਰੰਗਜ਼ੇਬ ਤੇ ਦੂਜਾ ਬਹਾਦਰ ਸ਼ਾਹ। ਗੁਰੂ ਗੋਬਿੰਦ ਸਿੰਘ ਨੇ 9ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਪਿੱਛੋਂ ਪੰਜਾਬ ਦੇ ਪਹਾੜੀ ਹਿੰਦੂ ਰਾਜਿਆਂ ਦੀ ਰਿਆਸਤ 'ਚ ਹੀ ਆਪਣਾ ਜਿਹੜਾ ਉਹਨਾਂ ਨੇ ਇਹ ਖਾਲਸੇ ਦਾ ਜਿਹੜਾ ਪ੍ਰਭੂ ਸੱਤਾ ਦਾ ਸਥਾਨ ਬਣਾਇਆ। ਉਹ ਕਹਿੰਦੇ ਕਿ ਇਹ ਜਿਹੜੀ 1699 ਦੀ ਵਿਸਾਖੀ ਦੀ ਖਾਲਸਾ ਪ੍ਰਗਟ ਕਰਨ ਦੀ ਅਲੌਕਿਕ ਘਟਨਾ, ਇਹਨੇ ਪੰਜਾਬ ਦੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ। ਇਸ ਅਲੌਕਿਕ ਘਟਨਾ ਦੇ ਨਾਲ ਅਨੰਦਪੁਰ ਸਾਹਿਬ ਵਿੱਚ ਖਾਲਸਾਈ ਗਣਤੰਤਰ ਸਥਾਪਿਤ ਹੋ ਗਿਆ ਸੀ, ਜਿਹਨੂੰ ਹਿੰਦੂ ਰਾਜੇ ਸਹਿਣ ਨਹੀਂ ਕਰ ਸਕੇ। ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਔਰ ਅੱਗੇ ਚੱਲ ਕੇ ਕਹਿੰਦੇ ਨੇ ਕਿ ਅਸੀਂ 9ਵੇਂ ਗੁਰੂ ਤੇਗ ਬਹਾਦਰ ਜੀ ਤੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਗਾਉਂਦੇ ਹਾਂ। ਇਹ ਸਾਡੇ ਸਨਾਤਨ ਧਰਮ ਦੇ ਆਦਰਸ਼ ਹਨ। ਇਹ ਸਾਡੇ ਸਨਾਤਨ ਦੀ ਚੰਗੀ ਕਿਸਮਤ ਹੈ ਕਿ ਉਹਨਾਂ ਨੇ ਕਸ਼ਮੀਰੀ ਪੰਡਤਾਂ ਦੀ ਰੱਖਿਆ ਲਈ ਆਪਣੇ ਬੱਚੇ ਕੁਰਬਾਨ ਕਰ ਦਿੱਤੇ ਤੇ ਸਨਾਤਨੀਆਂ ਦੀ ਰੱਖਿਆ ਲਈ ਹੱਥ ਵਿੱਚ ਤਲਵਾਰ ਚੁੱਕੀ। ਕੀ ਹੁਣ ਇੱਥੇ ਗੁਰੂ ਸਾਹਿਬਾਨ ਨੇ ਪੁੱਤਰਾਂ ਦੀ ਕੁਰਬਾਨੀ ਜਿਹੜੀ ਹੈ ਇਹ ਵੀ ਸਨਾਤਨ ਲਈ ਕੀਤੀ? ਇਹਦੇ 'ਚ ਅਸੀਂ ਆਪ ਨਹੀਂ ਕਹਿ ਰਹੇ, ਅੱਲਾ ਯਾਰ ਖਾਂ ਜੋਗੀ। ਔਰ ਇਹ ਸਨਾਤਨ ਧਰਮ ਦੀ ਗੱਲ ਕਰਦੇ ਆ ਜਾਂ ਸਨਾਤਨ ਧਰਮ ਲਈ ਕਹਿੰਦੇ ਇਹਨਾਂ ਨੇ ਆਪਣੇ ਬੱਚੇ ਸ਼ਹੀਦ ਕਰਵਾਏ, ਪਰ ਉਹਨੇ ਬੜੀ ਇੱਕ ਸਪਸ਼ਟ ਗੱਲ ਲਿਖੀ ਹੈ। ਉਹ ਕਹਿੰਦਾ ਬਸ ਏਕ ਹਿੰਦ ਮੇਂ तीर्थ है यात्रा के लिए, कटाए बाप ने बच्चे जहाँ खदा के लिए। ਉੱਥੇ ਕੋਈ ਸਨਾਤਨ ਧਰਮ ਵਾਲੀ ਗੱਲ ਹੈ ਨਹੀਂ। ਦੂਜਾ ਸਾਹਿਬਜ਼ਾਦਿਆਂ ਬਾਰੇ ਉਹ ਖੁਦ ਉਹ ਗੱਲ ਇੱਕ ਕਹਿ ਰਹੇ ਆ ਗੁਰੂ ਸਾਹਿਬ, ਕਹਿੰਦੇ ਰੋਕਾ जुल्म तो मुसलमान बिगड़ गए, बुत को बुरा कहा तो ये हिंदू बिटर गए, तेग निकाला हमने तो सब जोश चढ़ गए, चिड़ियों से बाज रन से नदामत गढ़ गए, उन्हें फौजों पे नाज है, उन्हें देवी का मान है, आशिक है हम खुदा के हथेली पे जान है। ਇੱਥੇ ਕਿੱਥੇ ਸਨਾਤਨ ਧਰਮ ਦੀ ਸ਼ਹਾਦਤ ਆ ਗਈ ਤੇ ਜਾਂ ਉਹਦੇ ਲਈ ਕੀ ਆ ਗਿਆ? ਉਹ ਕਹਿੰਦੇ ਹਮ ਜਾਨ ਦੇकर औरों की जान बचा चले, सिक्खी की नींव हम हैं सरों पे उठा चले, गरियाई का है किस्सा जहाँ में बना चले, सिंहों की सल्तनत का है पौधा लगा चले, गद्दी तो तख्त बस अब कौम पाएगी, दुनिया में जालमों का नामो निशान मिटाएगी। और एंड ते वो जोगी जी कहते हैं, कहते जोगी जी इसके बाद हुई थोड़ी देर थी, बस्ती सरहंद शहर ईंटों का ढेर सी।
ਔਰ ਇਹ 1704 5 ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਨਾ ਜੀ, ਜੀ, 1710 ਤੇ 1710 ਚ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦੀ ਸਥਾਪਨਾ ਕਰ ਲਈ। ਜੀ ਜੀ। ਇਹਦੇ ਚ ਕੋਈ ਸਨਾਤਨ ਧਰਮ ਨਾਲ ਲੈਣ ਦੇਣ ਨਹੀਂ। ਅੱਗੇ ਚੱਲਦੇ ਹੈਗੇ, ਇਹ ਤੇ ਚਲੋ ਧਰਿੰਦਰ ਸ਼ਾਸਤਰੀ ਦੀ ਗੱਲ ਹੋ ਗਈ, ਪਰ ਇਹ ਤਰੀਕੇ ਦਾ ਪ੍ਰਚਾਰ ਇਹਦੀ ਜੜ ਕਿੱਥੇ ਹੈ? ਕਿਉਂਕਿ ਇਕੱਲਾ ਧਰਿੰਦਰ ਸ਼ਾਸਤਰੀ ਨੇ, ਇਸ ਤੋਂ ਪਹਿਲਾਂ LK ਅਡਵਾਨੀ ਦੀ ਕਿਤਾਬ ਜੇ ਆਪਾਂ ਪੜ੍ਹ ਲਈਏ, ਮਾਈ ਕੰਟਰੀ ਮਾਈ ਲਾਈਫ, ਉਹਦੇ 'ਚ ਵੀ ਉਹ ਇਸੇ ਤਰੀਕੇ ਦਾ ਪ੍ਰਚਾਰ ਹੈ। ਇਹਦੀ ਫਿਰ ਅਸਲ ਜੜ ਹੈ ਕਿੱਥੇ ਹੈ ਜਿਹੜਾ ਇਸ ਤਰ੍ਹਾਂ ਦਾ ਬਾਰ-ਬਾਰ ਆਉਂਦਾ ਹੈ? ਚਾਹੇ ਆਪਾਂ ਦੇਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਉਹ ਬੋਲਦੇ ਹੋਣ ਕਿਤੇ, ਚਾਹੇ ਉਹਨਾਂ ਨੇ ਵੀਰਬਾਲ ਦਿਵਸ ਤੇ ਜਿਹੜੀਆਂ ਸਟੇਟਮੈਂਟ ਦਿੱਤੀਆਂ ਉੱਤੇ ਵੀ ਆਪਾਂ ਪ੍ਰੋਗਰਾਮ ਕੀਤਾ ਸੀ, ਇਹਦੀ ਜੜ ਕਿੱਥੇ ਪਈ ਹੈ? ਇਹਨਾਂ ਨੇ ਸਰਦਾਰ ਜਗਜੀਤ ਸਿੰਘ ਜੀ ਬਹੁਤ ਚਿਰ ਤੋਂ, ਹੁਣ ਕੀ ਆ ਕਿ ਇਹਨਾਂ ਨੂੰ ਹਿੰਦੂ ਰਾਸ਼ਟਰ ਲਈ ਕੋਈ ਰੋਲ ਮਾਡਲ ਵੀ ਨਹੀਂ ਲੱਭ ਰਿਹਾ। ਇਹਨਾਂ ਨੇ ਹੁਣ ਗੁਰੂ ਸਾਹਿਬਾਨ ਨੂੰ ਰਾਸ਼ਟਰਵਾਦ 'ਚ ਭੁਗਤਾਉਣ ਲਈ ਇੱਕ ਇਹਨਾਂ ਨੇ ਪ੍ਰੋਗਰਾਮ ਕਰਾਇਆ ਸੀਗਾ ਦਿੱਲੀ ਰਾਸ਼ਟਰੀ ਸਿੱਖ ਸੰਗਤ ਨੇ ਜੀ। ਉੱਥੇ ਜਿਹੜਾ ਇਹਨਾਂ ਦਾ ਹੈਗਾ ਭਾਗਵਤ, ਉਹਨੇ ਵੀ ਇਹੀ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਰਾਸ਼ਟਰ ਲਈ ਬਹੁਤ ਕੁਝ ਕੀਤਾ, ਉਹ ਸਾਡੇ ਰਾਸ਼ਟਰੀ ਨਾਇਕ ਆ ਜੀ। ਇਹੀ ਗੱਲ ਦੁਹਰਾਈ ਜਿਹੜਾ ਰਾਜਨਾਥ ਸਿੰਘ ਹੈ, ਬਈ ਹਿੰਦੂ ਸੰਸਕ੍ਰਿਤੀ ਤੇ ਰਹੀ ਤਾਂ ਆ ਜੇ ਸਿੱਖ ਪੰਥ ਹੈ, ਇਹਨਾਂ ਨੇ ਸਾਡੀ ਜਿਹੜੀ ਸੰਭਾਲ ਕੇ ਰੱਖੀ। ਇਦੋਂ ਬਾਅਦ ਤੁਸੀਂ ਆ ਜਾਓ, ਜਿਹੜਾ ਇਹਨਾਂ ਦਾ ਇੱਕ ਹੋਰ ਲੀਡਰ ਆ, ਇਹਨਾਂ ਸਾਰਿਆਂ ਦੀ ਜੜ ਕਿੱਥੇ ਹੈ ਕਿ ਇਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਇਸ ਕਰਕੇ RSS ਨੇ ਖੜੀ ਕੀਤੀ ਹੈ ਕਿ ਸਿੱਖ ਧਰਮ ਦਾ ਜਿਹੜਾ ਮੂਲ ਆ, ਜਿਹੜੀ ਇਹਦੀ ਅੱਡਰੀ ਹੋਂਦ ਹਸਤੀ ਦੀ ਪਛਾਣ ਆ, ਉਹ ਤਾਂ ਹੀ ਖਤਮ ਕੀਤੀ ਜਾ ਸਕਦੀ ਹੈ ਜੇ ਗੁਰੂ ਸਾਹਿਬਾਨ ਨੂੰ ਰਾਸ਼ਟਰਵਾਦ ਦੇ ਹੱਕ 'ਚ ਭੁਗਤਾ ਲਿਆ ਜਾਵੇ, ਜੇ ਸਿੱਖ ਗੁਰੂ ਸਾਹਿਬਾਨ ਦਾ ਹੀ ਹਿੰਦੂਕਰਨ ਕਰ ਦਿੱਤਾ ਜਾਵੇ। ਸੋ ਜੜ ਜਿਹੜੀ ਇੱਥੇ ਪਈ ਹੈ ਜੀ ਜੀ। ਤੀਜਾ, ਆਪਾਂ ਸਾਰਿਆਂ ਨੇ ਦੇਖਿਆ ਕਿ ਨਰਿੰਦਰ ਮੋਦੀ ਨੇ ਬੜਾ ਸਪਸ਼ਟ ਕਰਕੇ ਵੀਰਬਾਲ ਦਿਵਸ ਤੇ ਆਪਾਂ ਉੱਤੇ 2 ਪ੍ਰੋਗਰਾਮ ਵੀ ਕੀਤੇ ਹੈ, ਔਰ ਉਹਨੇ ਸਪਸ਼ਟ ਕਰਕੇ ਜਿਹੜਾ ਉਹ ਕਿਹਾ ਕਿ ਜਿਹੜੇ ਗੁਰੂ ਨਾਨਕ ਹੈ ਉਹਨੂੰ ਤਾਂ ਸ਼ਿਵਾਜੀ ਮਰਾਠਾ ਦੇ ਬਰਾਬਰ ਰੱਖਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਬਾਰੇ ਜੀ, ਗੁਰੂ ਗੋਬਿੰਦ ਸਿੰਘ ਜੀ ਬਾਰੇ ਕਿਹਾ ਨਾ ਜੀ ਜੀ। ਸੋ ਇਸ ਕਰਕੇ ਸਾਰਿਆਂ ਦੀ ਜੜ ਜਿਹੜੀ ਇਹ ਬੰਦਾ ਇਹਨਾਂ ਨੇ ਭਾਲਿਆ, ਜੜ ਪਿੱਛੇ ਹੈ RSS ਦੀ ਤੇ ਭਾਜਪਾ ਦੀ ਸਿੱਖ ਧਰਮ ਨੂੰ ਭਗਵਾਕਰਨ ਕਰਨ ਦੀ, ਜੀ ਜੀ, ਗੁਰੂ ਸਾਹਿਬਾਨ ਦਾ ਹਿੰਦੂਕਰਨ ਕਰਨ ਲਈ, ਤੇ ਜਿਹੜਾ ਸਿੱਖ ਇਤਿਹਾਸ ਆ ਉਹ ਰਾਸ਼ਟਰਵਾਦ ਦੇ ਹੱਕ 'ਚ ਭੁਗਤਾਉਣ ਲਈ ਮੁੱਢ ਜਿਹੜਾ ਇਹ ਮਤਲਬ ਕਿਤੇ ਨਾ ਕਿਤੇ ਜਿਹੜੀ ਸਿੱਖਾਂ ਦੀ ਜਿਹੜੀ ਨਿਆਰੀ ਆਪਾਂ ਕਹੀਏ ਕਿ ਹਸਤੀ ਹੈਗੀ ਆ, ਉਸ ਨੂੰ ਆਪ ਦੇ ਵਿੱਚ ਹੀ ਜਿਹੜਾ ਜਜ਼ਬ ਕਰ ਲਿਆ ਜਾਵੇ। ਪਰ ਸਾਨੂੰ ਇਹ ਚਾਹੀਦਾ ਕਿ ਸਾਡੀਆਂ ਸਾਰੀਆਂ ਸੰਸਥਾਵਾਂ ਨੂੰ, ਸਾਡੇ ਜਿੰਨੇ ਲੇਖਕ ਆ, ਸਾਡੇ ਜਿੰਨੇ ਪ੍ਰਚਾਰਕ ਆ, ਉਹਨਾਂ ਨੂੰ ਸਮਝ ਲੈਣਾ ਚਾਹੀਦਾ ਵੀ ਸਾਡੇ ਤੇ ਬਹੁਤ ਵੱਡਾ ਹਮਲਾ, ਸਾਡੀ ਹੋਂਦ ਖਤਮ ਕਰਨ ਲਈ ਇਹਨਾਂ ਦਾ ਅੱਡੀ ਚੋਟੀ ਦੀ ਜ਼ੋਰ ਲੱਗਾ ਹੋਇਆ, ਤੇ ਜੇ ਅਸੀਂ ਆਪਣੀ ਹੋਂਦ ਹੀ ਨਾ ਭਾਈ ਰੱਖ ਸਕੇ ਤਾਂ ਫਿਰ 200 ਸਾਲ ਦਾ ਗੁਰੂ ਸਾਹਿਬ ਦਾ ਇਤਿਹਾਸ ਤੇ ਜਿਹੜੀਆਂ ਲੱਖਾਂ ਸ਼ਹਾਦਤਾਂ ਹੋਈਆਂ, ਤੇ ਜਿਹੜਾ ਅਸੀਂ ਰੋਜ਼ ਬਾਬਾ ਗਰਜਾ ਸਿੰਘ ਬੋਤਾ ਸਿੰਘ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਜਿਨ੍ਹਾਂ ਨੇ ਖੋਪਰੀਆਂ ਲਵਾਈਆਂ, ਬੰਦ-ਬੰਦ ਕਟਵਾਈਆਂ, ਫਿਰ ਉਹਨਾਂ ਦੀਆਂ ਆਤਮਾਵਾਂ ਸਾਨੂੰ ਕੀ ਕਹਿਣਗੀਆਂ? ਜੀ ਬਿਲਕੁਲ ਜੀ, ਕਿਉਂਕਿ ਇਤਿਹਾਸ ਨੂੰ ਜਿਹੜੀ ਸੰਭਾਲਣ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹ ਜਨਰੇਸ਼ਨ ਤੋਂ ਜਨਰੇਸ਼ਨ ਚੱਲਦੀ ਰਹਿੰਦੀ ਹੈ, ਤੇ ਜਦੋਂ ਕੌਮ ਇੱਦਾਂ ਦੇ ਵਿਖੜਿਆਂ ਪੈਂਡਿਆਂ 'ਤੇ ਹੋਵੇ, ਜਦੋਂ ਕੌਮ 'ਤੇ ਹਰੇਕ ਪਾਸਿਓਂ ਚਾਹੇ ਸਿਧਾਂਤਕ ਹਮਲੇ ਹੁੰਦੇ ਹੋਣ, ਚਾਹੇ ਕੌਮ ਦੇ ਨੌਜਵਾਨਾਂ ਨੂੰ ਕੌਮੀ ਪ੍ਰਚਾਰ ਕਰਕੇ ਜਿਹੜਾ ਹੈ ਅੰਦਰ ਬੰਦ ਕੀਤਾ ਜਾਵੇ, ਜਦੋਂ ਇੱਦਾਂ ਦਾ ਮਾਹੌਲ ਕਿਤੇ ਬਣ ਜਾਵੇ ਤੇ ਉਦੋਂ ਕੌਮ ਨੂੰ ਇਕੱਠੇ ਹੋ ਕੇ ਸੋਚਣਾ ਪਵੇਗਾ। ਆਪਣੀਆਂ ਜਿਹੜੀਆਂ ਜਥੇਬੰਦਕ ਲੜਾਈਆਂ, ਆਪਣੀਆਂ ਜਿਹੜੀਆਂ ਕੁਰਸੀਆਂ ਦੀਆਂ ਲੜਾਈਆਂ, ਉਹਨਾਂ ਨੂੰ ਲਾਂਭੇ ਕਰਨਾ ਪਵੇਗਾ, ਤੇ ਇਕਜੁੱਟ ਹੋ ਕੇ ਜਿਹੜਾ ਹੈ ਆਪਣੇ ਆਪ ਨੂੰ ਐਜ਼ ਏ ਖਾਲਸਾ ਤੌਰ 'ਤੇ ਵਿਚਰਨਾ ਪਵੇਗਾ, ਤਾਂ ਹੀ ਜਿਹੜੇ ਸਾਰੇ ਮਸਲੇ ਨੇ ਉਹ ਹੱਲ ਹੋ ਜਾਂਦੇ ਨੇ। ਤੇ ਸਿਧਾਂਤਕ ਪ੍ਰੋਗਰਾਮ ਦੇ ਵਿੱਚ ਇਹੀ ਹੁੰਦਾ ਹੈ ਕਿ ਜਿੱਥੇ ਕਿਤੇ ਸਿਧਾਂਤਕ ਹਮਲਾ ਹੁੰਦਾ ਹੈ, ਉਹਦਾ ਤੱਥਾਂ ਦੇ ਆਧਾਰ ਤੇ, ਜਿਹੜਾ ਰੈਫਰੈਂਸਿਸ ਦੇ ਆਧਾਰ ਤੇ ਜਿਹੜਾ ਜਵਾਬ ਹੈ ਉਹ ਬਾਖੂਬੀ ਦਿੱਤਾ ਜਾਂਦਾ ਹੈ। ਸਾਡੇ ਪ੍ਰੋਗਰਾਮ ਦਾ ਮਕਸਦ ਕਿਸੇ ਦੂਜੇ ਧਰਮ ਨੂੰ ਠੇਸ ਪਹੁੰਚਾਉਣਾ ਨਹੀਂ ਹੁੰਦਾ, ਪਰ ਇਹੀ ਹੈ ਕਿ ਜਦੋਂ ਸਾਡੇ ਤੇ ਸਵਾਲ ਚੁੱਕਿਆ ਜਾਏਗਾ ਤੇ ਉਹਦਾ ਜਿਹੜਾ ਜਵਾਬ ਹੈ ਉਹ ਜ਼ਰੂਰ ਦਿੱਤਾ ਜਾਏਗਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਜਥੇਦਾਰ ਹੋਣਾ ਧੰਨਵਾਦ, ਦਰਸ਼ਕਾਂ ਧੰਨਵਾਦ, ਤੇ ਫਤਿਹ ਦੀ ਸਾਂਝ ਪਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।